ਗੱਲ ਇਹ ਆ ਬਈ ਫਾਸਫੋਰਸ, ਸੋਡੀਅਮ ਮੈਟਲ, ਕਾਫੂਰ ਜਾਂ ਇਹ ਜਿਹੜੀਆਂ ਜੁਜ਼ ਦੱਸੇ ਆ ਨਾ, ਜਿੰਨੇ ਅਸੀਂ ਬੋਲੇ ਆ, ਇਹਨਾਂ ਦੇ ਨਾਲ ਜਦੋਂ ਨੀਲਾ ਬਣੇਗਾ ਬਿਲਾ ਜ਼ੰਗਾਰ ਹੋਏਗਾ, ਸਫੈਦ ਔਰ ਬਾਕਰੰਟ ਹੋਏਗਾ। ਮੈਂ ਇੱਕ ਵਾਰੀ ਨੁਸਖਾ ਕੀਤਾ। ਮੈਂ ਲਿਆ ਜਨਾਬ 5 ਤੋਲੇ ਨੀਲਾ, ਉਹਨੂੰ ਖਰਲ ਕਰ ਲਿਆ ਤੇ 1 ਤੋਲਾ ਫਾਸ ਕਚਰਾ ਕਰਕੇ ਸੁੱਟੀ ਤੇ ਉਹਨੂੰ ਲਾਇਆ ਰਗੜਾ, ਛੋਲਾ ਦੇ ਕੇ ਸਾਰੀ ਜਲ ਗਈ। ਨੀਲਾ ਨਾ ਕਾਲੇ ਜਿਹੇ ਰੰਗ ਦੀ ਮਲਮ ਜੀ ਬਣ ਗਈ ਵਿੱਚ। ਇਹਨੂੰ ਰਾਤ ਹਵਾ ਤੇ ਰੱਖਿਆ, ਅਗਲੇ ਦਿਨ ਚਿੱਟੇ ਰੰਗ ਦਾ ਪੀਣ ਵਾਲੇ ਪਾਣੀ ਤਰ੍ਹਾਂ ਤੇਲ ਦੇ ਵਿੱਚ ਇਕੱਠਾ ਹੋਇਆ। ਮੈਲ ਸਾਈਡ ਤੇ ਹੋ ਗਈ, ਮੈਲ ਸਾਈਡ ਤੇ ਹੋ ਗਈ, ਸਾਰਾ ਨੀਲਾ ਤੇਲ ਹੋ ਕੇ ਵਿੱਚ ਆ। ਇਹ ਨੀਲਾ ਤੇਲ ਹੋਇਆ, ਫਾਸ ਨਹੀਂ ਉਹ ਤਾਂ ਸੜ ਗਈ। ਬਸ ਇਹ ਨੀਲੇ ਦਾ ਤੇਲ ਸਰਿੰਜ ਨਾਲ 3 ਦਿਨ ਤੱਕ ਤੇਲ ਆਂਦਾ ਰਹਿੰਦਾ ਆ, ਚੌਥੇ ਦਿਨ ਖੁਸ਼ਕ ਹੋ ਜਾਂਦੀ ਮੈਲ। ਇਹ ਤੇਲ ਲਾ ਲਓ, 5 ਤੋਲੇ ਪੂਰਾ ਤੇਲ ਮਿਲੇਗਾ, ਇਹਨੂੰ ਅਲੱਗਾ ਕਰ। ਸਿੰਬਲ ਫਾਰ ਜ਼ਰਦ 5 ਤੋਲੇ, 1 ਤੋਲਾ ਫਾਸ ਇਹਨੂੰ ਵੀ ਰਗੜਾ ਲਾ ਦੇ, ਇਹ ਵੀ ਕਾਲੇ ਰੰਗ ਦੀ ਮੈਲ ਬਣ ਜੇ। 3 ਦਿਨਾਂ ਚ ਸਾਰਾ ਸਿੰਬਲ ਫਾਰ ਵੀ ਚਿੱਟਾ ਪੀਣ ਵਾਲੇ ਪਾਣੀ ਤਰ੍ਹਾਂ ਤੇਲ ਹੋ। 2 ਚੀਜ਼ਾਂ ਬਣ ਗਈਆਂ, ਸਿੰਬਲ ਫਾਰ ਤੇ ਨੀਲਾ ਤੇਲ ਹੋ ਗਏ। ਅੱਗੇ ਆ ਜਾਓ, ਸੋਡੀਅਮ ਮੈਟਲ 12 ਗ੍ਰਾਮ ਤੇ ਕਫੂਰ 36 ਗ੍ਰਾਮ, ਉਹਨਾਂ ਨੂੰ ਰਗੜ ਦਿਓ, ਇਹ ਮੋਮ ਜੀ ਬਣ ਜਾਏਗੀ, ਹਾਰਡ ਜਿਹੀ। ਇਹਦੇ 2 ਹਿੱਸੇ ਕਰ ਦਿਓ, ਇੱਕ ਹਿੱਸਾ ਨਿਆਰੇ ਵਾਲੀ ਬਾਟੀ ਚ ਪਾ ਕੇ ਸੇਨ ਚ ਰੱਖ ਕੇ ਪਾਣੀ ਦਾ ਛਿੱਟਾ ਮਾਰੋਗੇ ਨਾ ਤੇ ਸੋਡੀਅਮ ਮੈਟਲ ਨੂੰ ਅੱਗ ਲੱਗ ਜਾਏਗੀ, ਉਹ ਬਲ ਕੇ ਖਤਮ ਹੋ ਜਾਏਗਾ, ਕਫੂਰ ਚ ਰੱਖਾ ਕੇ ਕਾਇਮ ਹੋ ਜਾਏਗਾ 1 ਮਿੰਟ ਚ। ਉਹਨੂੰ ਹਵਾ ਤੇ ਰੱਖੋਗੇ, 3 ਦਿਨਾਂ ਚ ਤੇਲ ਹੋ ਜਾਏ। ਜਿਹੜਾ ਦੂਸਰਾ ਸੋਡੀਅਮ ਮੈਟਲ ਤੇ ਕਫੂਰ ਦਾ ਹਿੱਸਾ ਪਿਆਲੀ ਚ ਰੇ ਜੰਤਰ ਰੱਖੋਗੇ ਤੇ ਕਫੂਰ ਧੂਆਂ ਬਣ ਕੇ ਉੱਡ ਜਾਏਗਾ ਤੇ ਸੋਡੀਅਮ ਅੱਧਾ ਕਫੂਰ ਕਰ ਲਿਆ, ਅੱਧਾ ਸੋਡੀਅਮ ਮੈਟਲ ਕਰ ਲਿਆ, ਦੋਨਾਂ ਨੂੰ ਹਵਾ ਤੇ ਰੱਖੋ, ਤੇਲ ਹੋ ਗਏ। ਇਹ ਦੋਨੋਂ ਤੇਲ ਚੁੱਕੋ ਤੇ ਉਹ ਤੇਲ ਜਿਹੜਾ ਨੀਲੇ ਤੇ ਸਿੰਬਲ ਫਾਰ ਦਾ ਤੇਲ ਆ, ਚਾਰੋਂ ਮਿਕਸ ਕਰ ਦਿਓ। ਹੋ ਗਏ ਕਰਕੇ ਹੁਣ ਭਾਜੀ ਪਾਰਾ ਤੁਸੀਂ ਪਾਓ ਨਾ ਕਠਿਆਲੀ ਤੇ ਗਰਮ ਕਰਕੇ ਕਤਰਾ ਦਿਓ। सारी चीजें आ गई। अच्छा, इसमें तो हीरा भी बनेगा, सब कुछ सब यानी